ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਔਰ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ। ਮੇਰੇ ਨਾਲ ਇਸ ਵੇਲੇ ਬੈਂਕ ਆਫ ਬੜੌਦਾ ਦੇ ਡਾਇਰੈਕਟਰ ਅਜੇ ਖੁਰਾਣਾ ਮੌਜੂਦ ਹੈਗੇ ਨੇ। ਇਹਨਾਂ ਦੇ ਨਾਲ ਬੈਂਕਿੰਗ ਸੈਕਟਰ ਨੂੰ ਲੈ ਕੇ तमाम ਗੱਲਬਾਤ ਕਰਾਂਗੇ। ਬੜੇ ਸਾਰੇ ਸਵਾਲ ਹੈਗੇ ਨੇ ਕਿ ਇੰਡੀਅਨ ਇਕਨੋਮੀ ਇਸ ਸਮੇਂ ਕਿੱਥੇ ਸਟੈਂਡ ਕਰ ਰਹੀ ਹੈ, ਬੈਂਕਿੰਗ ਸਿਸਟਮ ਦੇ ਵਿੱਚ ਕੀ ਕੁਝ ਬਦਲਾਅ ਹੋਣ ਜਾ ਰਹੇ ਨੇ ਜਾਂ ਇਸ ਵੇਲੇ ਭਾਰਤ ਦੇ ਵਿੱਚ ਬੈਂਕਾਂ ਦੀ ਕੀ ਸਥਿਤੀ ਹੈਗੀ ਹੈ। ਸਾਰੀ ਗੱਲਬਾਤ ਕਰਦੇ ਹਾਂ। ਮੇਰੇ ਨਾਲ ਅਜੇ ਖੁਰਾਣਾ ਮੌਜੂਦ ਹੈਗੇ ਨੇ। ਤੇ ਅਸੀਂ ਇਹ ਸੋਚਿਆ ਕਿ ਵੀ ਅਗਰ ਕਿਉਂਕਿ ਬੈਂਕ ਆਫ ਬੜੌਦਾ ਅਸੀਂ ਵੱਖ-ਵੱਖ ਭਾਸ਼ਾ ਨਾਲ 12 ਭਾਸ਼ਾ ਜਿਹੜੀਆਂ ਅਸੀਂ ਉਹਨਾਂ ਨਾਲ ਡੀਲ ਕਰਨੇ ਆ। ਸਾਡੀ ਜਿਹੜੀ ਜਿੰਨੇ ਵੀ ਸਾਡੇ ਪ੍ਰੋਡਕਟਸ ਨੇ ਉਹ 12 ਭਾਸ਼ਾ 'ਚ ਅਵੇਲੇਬਲ ਨੇ। ਤਾਂ ਅਸੀਂ ਇਹ ਦੇਖ ਰਹੇ ਸੀਗੇ ਕਿ ਵੀ ਅਗਰ ਇਸ ਨੂੰ ਛੋਟੀ ਜਿਹੜੀ ਰੀਜਨਲ ਲੈਂਗੁਏਜ ਨੇ ਜਿਹੜੀ ਚੀਜ਼ ਲਿਖੀ ਹੈ ਉਹਨੂੰ ਅਗਰ ਲਾਰਜਰ ਮੀਡੀਆ ਕੋਈ ਮਿਲ ਰਿਹਾ ਤੇ ਉਹਨੂੰ ਅਸੀਂ ਪ੍ਰਸਾਰ ਕਰ ਸਕੀਏ ਤੇ ਇਸ ਨਾਲ ਸਾਡੀ ਸ਼ਾਇਦ ਬਹੁਤ ਹੀ ਅੱਛੀ ਗੱਲ ਹੈਗੀ ਹੈ। ਲਿਟਰੇਚਰ ਦੇ ਵਿੱਚ ਮੇਰੇ ਖਿਆਲ ਵਿੱਚ ਇੱਕ ਬਹੁਤ ਹੀ ਵੱਡਾ ਇਨੀਸ਼ੀਏਟਿਵ ਹੈ। ਇੰਨੀ ਵੱਡੀ ਰਾਸ਼ੀ 61 ਲੱਖ ਦੀ ਰਾਸ਼ੀ ਦੇ ਰਹੇ ਹਾਂ ਜਿਹੜੀ ਕਿ ਹਿੰਦੁਸਤਾਨ ਦੇ ਕਿਸੇ ਵੀ ਅਵਾਰਡ ਦੀ ਇੰਨੀ ਵੱਡੀ ਰਾਸ਼ੀ ਨਹੀਂ ਹੈਗੀ। ਤੇ ਅਸੀਂ ਇਹ ਸੋਚ ਰਹੇ ਕਿ ਇਹਨਾਂ ਨਾਲ ਅਸੀਂ ਇਹ ਜਿਹੜੀ ਖੇਤਰੀ ਭਾਸ਼ਾ 'ਚ ਜਿਹੜੇ ਅੱਛੇ ਨਾਵਲ ਲਿਖੇ ਗਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਵਾਈਡ ਜਿਹੜੇ ਨਾ ਲੋਕੀ ਉਹਨਾਂ ਨੂੰ ਪੜ੍ਹ ਸਕਣਗੇ। ਸਾਡੀ ਇਹ ਸਾਡਾ ਦੱਸ ਰਹੇ ਸੀਗੇ ਕਿ ਅੱਜ ਵੀ 90% ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਲੋਕਲ ਲੈਂਗੁਏਜ ਜ਼ਿਆਦਾ ਯੂਜ਼ ਕਰਦੇ ਨੇ। ਵਾਕਈ ਇਹ ਚੀਜ਼ ਮਹਿਸੂਸ ਕੀਤੀ ਉਸ ਤੋਂ ਬਾਅਦ ਹੀ ਤੁਸੀਂ ਇਹ ਇਵੈਂਟ ਕਰਵਾਉਣ ਦਾ ਫੈਸਲਾ ਲਿਆ? ਐਗਜ਼ੈਕਟਲੀ ਜਦੋਂ ਅਸੀਂ ਸਰਵੇ ਕਰਾਇਆ ਸਾਡੀ ਜਿਹੜੀ ਕਸਟਮਰ ਕੇਅਰ ਜਿਹੜੀ ਸੈਂਟਰ ਹੈਗਾ ਜਿੱਥੇ ਅਸੀਂ ਕਹਿੰਦੇ ਹਾਂ ਕੋਈ ਇੱਕ ਦਬਾਓ ਤੇ ਇੰਗਲਿਸ਼ 'ਤੇ 2 ਦਬਾਓ ਤੇ ਹਿੰਦੀ 'ਚ ਤੁਸੀਂ ਗੱਲ ਕਰੋ। ਅਸੀਂ ਉਹਦੇ 'ਚ ਅਸੀਂ ਸਰਵੇ ਕੀਤਾ ਤੇ 93% ਲੋਕੀ ਜਿਹੜੀ ਲੋਕਲ ਭਾਸ਼ਾ ਨੇ ਹਿੰਦੁਸਤਾਨ ਦੀ ਜਿਹੜੀ ਭਾਸ਼ਾ ਨੇ ਉਹਦੇ ਵਿੱਚ ਉਹ ਗੱਲ ਕਰਨਾ ਚਾਹੁੰਦੇ ਆ। ਅਤੇ ਮਤਲਬ ਇਹਦਾ ਵੈਸੇ ਕਿ ਮੈਜੋਰਟੀ ਸਾਡਾ ਜਿਹੜਾ ਗਾਹਕ ਹੈਗਾ ਉਹ ਅੰਗਰੇਜ਼ੀ ਨਹੀਂ ਪਸੰਦ ਕਰਦਾ। ਅਤੇ ਅਸੀਂ ਸਾਰੀ ਜਿਹੜੀ ਨੋਰਮਲ ਜਿਹੜੀ ਬੈਂਕਿੰਗ ਹੁੰਦੀ ਹੈ ਉਹ ਅੰਗਰੇਜ਼ੀ ਹੁੰਦੀ ਹੈ। ਉਸ ਨੂੰ ਅਸੀਂ ਚੇਂਜ ਕਰਨ ਵਾਸਤੇ ਅਸੀਂ ਮਤਲਬ ਇਹਨਾਂ ਭਾਸ਼ਾ ਦੇ ਵਿੱਚ ਅਸੀਂ ਜ਼ਿਆਦਾ ਲੋਕਾਂ ਨੂੰ ਸਰਵਿਸ ਵੀ ਦਈਏ। ਉਹ ਸਾਡਾ ਇੱਕ ਸਾਡੇ ਮਨ ਵਿੱਚ ਸੀਗਾ ਕਿ ਰੀਜਨਲ ਲੈਂਗੁਏਜਸ ਨੂੰ ਪ੍ਰਮੋਟ ਕਰਨ ਦੀ ਲੋੜ ਹੈਗੀ ਹੈ ਅਤੇ ਤਾਂ ਉਹਦੇ ਮਤਲਬ ਸਾਡੇ ਕਸਟਮਰ ਵਾਸਤੇ ਵੀ ਅੱਛਾ ਹੈ ਅਤੇ ਸਾਡੇ ਦੇਸ਼ ਵਾਸਤੇ ਸਾਡੀ ਸਾਹਿਤ ਵਾਸਤੇ ਵੀ ਬਹੁਤ ਅੱਛੀ ਗੱਲ ਹੈ। ਬੜਾ ਵਧੀਆ ਇਹ ਉਪਰਾਲਾ ਹੈਗਾ ਬੈਂਕ ਆਫ ਬੜੌਦਾ ਦਾ। ਅੱਛਾ ਸਰ, ਮੈਂ ਬੈਂਕਿੰਗ ਸੈਕਟਰ ਦੇ ਉੱਪਰ ਕੁਝ ਸਵਾਲ ਲੈਣਾ ਚਾਹੁੰਦਾ ਕਿ ਦੁਨੀਆ ਭਰ ਦੇ ਵਿੱਚ ਬੈਂਕਿੰਗ ਨੂੰ ਲੈ ਕੇ ਬੜਾ ਕ੍ਰਾਈਸਿਸ ਚੱਲ ਰਿਹਾ। ਭਾਰਤ ਦੇ ਵਿੱਚ ਕੀ ਸਟੇਟਸ ਹੈਗਾ ਬੈਂਕਿੰਗ ਦਾ? ਦੇਖੋ ਜੀ, ਪਿਛਲੇ ਤੁਸੀਂ ਅਗਰ ਕੁਝ ਮਹੀਨੇ ਦੇਖੋ ਤਾਂ US ਦੇ ਵਿੱਚ ਵੀ ਅਤੇ ਸਵਿਟਜ਼ਰਲੈਂਡ ਵਿੱਚ ਹੀ ਕੁਝ ਬੈਂਕ ਜਿਹੜੇ ਨੇ ਖਰਾਬ ਹੋਏ ਨੇ ਅਤੇ ਰਿਸੈਸ਼ਨ ਵਰਲਡ ਵਾਈਡ ਰਿਸੈਸ਼ਨ ਵੀ ਚੱਲ ਰਿਹਾ ਹੈ। ਲੇਕਿਨ ਅਗਰ ਹਿੰਦੁਸਤਾਨ ਦੀ ਤੁਸੀਂ ਇਕੋਨੋਮੀ ਦੇਖੋ, ਇਕੋਨੋਮੀ ਸਾਡੀ ਗਰੋਥ ਜਿਹੜੀ ਹੈ 6.5% ਦੇ ਕਰੀਬ ਅੱਛੀ ਸਾਡੀ ਇਕੋਨੋਮੀ ਗਰੋਥ ਚੱਲ ਰਹੀ ਹੈਗੀ ਹੈ। ਅੱਗੇ ਜਿਹੜੀ ਪ੍ਰੋਜੈਕਸ਼ਨ ਹੈ ਉਹ ਵੀ ਐਸੀ ਹੈ 6.5 ਤੋਂ ਅਸੀਂ ਉੱਪਰ ਹੀ ਪ੍ਰੋਜੈਕਸ਼ਨ ਹੋ ਰਹੀ ਹੈ। ਅਤੇ ਬੈਂਕ ਦੀ ਜਿਹੜੀ ਗੱਲ ਹੈ ਬੈਂਕ ਤੁਸੀਂ ਅਗਰ ਸਾਡੇ ਸਭ ਦੇ ਰਿਜ਼ਲਟ ਦੇਖੋ ਤਾਂ 15.4% ਦੀ ਗਰੋਥ ਹਿੰਦੁਸਤਾਨੀ ਦੇ ਬੈਂਕਾਂ ਨੇ ਦਿੱਤੀ ਹੈ। ਅਤੇ 1 ਲੱਖ ਕਰੋੜ ਸਿਰਫ ਅਗਰ ਪਬਲਿਕ ਸੈਕਟਰ ਦਾ ਬੈਂਕਾਂ ਦਾ ਹੀ ਪ੍ਰੋਫਿਟ ਦੇਖੀਏ ਨਾ ਤਾਂ 1 ਲੱਖ ਕਰੋੜ ਤੋਂ ਉੱਪਰ ਦਾ ਪ੍ਰੋਫਿਟ ਹੋਇਆ ਹੈ ਸਿਰਫ ਪਬਲਿਕ ਸੈਕਟਰ ਬੈਂਕ ਦਾ ਹੀ। ਇੰਨਾ ਸ਼ਾਨਦਾਰ ਪ੍ਰੋਫਿਟ ਪਿਛਲੇ ਕਈ ਸਾਲਾਂ ਤੋਂ ਇੰਡੀਅਨ ਬੈਂਕਿੰਗ ਦਾ ਨਹੀਂ ਸੀਗਾ। ਅਤੇ ਦੂਜਾ ਸਾਡਾ ਜਿਹੜਾ NPA ਹੈ ਓਵਰਆਲ ਬੈਂਕਿੰਗ ਦਾ 5.5% ਰਹਿ ਗਿਆ ਕੁੱਲ। ਅਤੇ ਇਹ ਬਹੁਤ ਬੜੀ ਅਚੀਵਮੈਂਟ ਹੈ। ਅਤੇ ਇਸ ਵਾਸਤੇ ਜਿਹੜੇ ਹਿੰਦੁਸਤਾਨੀ ਬੈਂਕ ਨੇ ਇਸ ਟਾਈਮ ਉਹਨਾਂ ਨੂੰ ਕੋਈ ਵਰਲਡ ਵਾਈਡ ਜਿਹੜੀ ਵੀ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਦਾ ਕੋਈ ਅਸਰ ਨਹੀਂ ਹੈਗਾ। ਅਤੇ ਸਾਡੇ ਜਿਹੜੇ ਬੈਂਕ ਹੈ ਸਾਡੀ ਆਪਣੀ ਜਿਹੜੇ ਰੈਗੂਲੇਟਰ ਹੈ ਉਹਦੀ ਵਜ੍ਹਾ ਨਾਲ ਅਤੇ ਸਾਡੀ ਜਿਹੜੀ ਗੌਰਮੈਂਟ ਦੀ ਪੋਲਿਸੀਜ਼ ਨੇ ਉਹਦੀ ਵਜ੍ਹਾ ਨਾਲ ਸਾਡੇ ਜਿਹੜੇ ਬੈਂਕ ਨੇ ਉਹ ਬਹੁਤ ਹੀ ਸੇਫ ਚੱਲ ਰਹੇ ਹਨ। ਅੱਛਾ, ਇਸ ਸਮੇਂ ਭਾਰਤ ਦੇ ਵਿੱਚ ਫਾਈਨੈਂਸ਼ੀਅਲ ਸਥਿਤੀ ਕੀ ਹੈਗੀ ਹੈ ਬੈਂਕਾਂ ਦੀ? ਇਹਦੇ ਨਾਲ ਹੀ NPA ਨੂੰ ਲੈ ਕੇ ਕੀ ਇਸ ਦਾ ਕੋਈ ਅਸਰ ਹੋ ਰਿਹਾ ਮੁਦਰਾ ਦੇ ਉੱਪਰ? ਤਾਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸਾਡੇ ਬੈਂਕ ਦੇ ਜਿਹੜੇ 12-15% ਜਿਹੜੀ ਸਾਡੀ ਪ੍ਰੋਫਿਟ NPA ਸੀਗਾ ਉਹ 5% ਰਹਿ ਗਿਆ। ਮਤਲਬ ਸਾਡਾ NPA ਘੱਟ ਰਿਹਾ ਹੈ ਹੁਣ ਇਸ ਟਾਈਮ। ਕੋਈ ਵੀ ਕਿਧਰੇ ਵੀ ਸਾਨੂੰ ਸਟ੍ਰੈਸ ਨਜ਼ਰ ਨਹੀਂ ਆ ਰਿਹਾ ਅਤੇ ਲੋਕ ਜ਼ਿਆਦਾ ਲੋਨ ਵੀ ਲੈ ਰਹੇ ਹੈ। ਸਾਡੇ ਰਿਟੇਲ ਬਹੁਤ ਵੱਧ ਰਿਹਾ ਹੈ ਅਤੇ ਸਾਡੀ ਓਵਰਆਲ 17% ਦੀ ਸਾਡੇ ਬੈਂਕ ਆਫ ਬੜੌਦਾ ਦੀ ਗਰੋਥ ਹੈਗੀ ਹੈ ਅਤੇ ਓਵਰਆਲ ਬੈਂਕਿੰਗ ਦੀ ਗਰੋਥ 15% ਦੀ ਹੈ। ਅਤੇ ਕੋਈ ਵੀ ਸਾਨੂੰ ਇਸ ਟਾਈਮ NPA ਜਿਹੜਾ ਨਾ ਬਿਲਕੁਲ ਠੀਕ ਚੱਲ ਰਿਹਾ ਅਤੇ ਸਾਡੀ ਕੋਈ ਇਕੋਨੋਮੀ ਨੂੰ ਕੋਈ ਮਤਲਬ ਬਿਲਕੁਲ ਠੀਕ ਹੈ ਇਕੋਨੋਮੀ ਵਾਸਤੇ। ਅੱਛਾ, RBI ਦੀ ਸਟੇਟਮੈਂਟ ਵੀ ਆਈ ਹੈ ਕਿ ਬੈਂਕ ਕੰਫਰਟ ਜ਼ੋਨ ਦੇ ਵਿੱਚ ਚਲੇ ਗਏ ਨੇ, ਕੰਫਰਟ ਜ਼ੋਨ ਦੇ ਵਿੱਚ ਨਹੀਂ ਜਾਣਾ ਚਾਹੀਦਾ। ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਜਦੋਂ ਵੀ ਇੱਕ ਅੱਛਾ ਟਾਈਮ ਆਉਂਦਾ ਹੈ ਅਤੇ ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਸਾਨੂੰ ਹੁਣ ਆਪਣੇ ਆਪ ਨੂੰ ਸਟਰੋਂਗ ਕਰਨ ਵਾਸਤੇ ਕੀ ਕਰਨਾ ਚਾਹੀਦਾ। ਇਸ ਟਾਈਮ ਇਹ ਮੰਨਿਆ ਜਾ ਰਿਹਾ ਈਵਨ RBI ਦੀ ਜਿਹੜੀ ਤੁਸੀਂ ਸਟੇਟਮੈਂਟ ਦੀ ਗੱਲ ਕਰ ਰਹੇ ਹੋ ਸਾਡੇ ਗਵਰਨਰ ਸਾਹਿਬ ਦੀ ਕਿ ਇਸ ਟਾਈਮ ਇਕੋਨੋਮੀ ਦੀ ਸਾਡੇ ਬੈਂਕਾਂ ਦੀ ਹਾਲਤ ਇਸ ਟਾਈਮ ਕਾਫੀ ਅੱਛੀ ਹੈ। ਜਿਸ ਟਾਈਮ ਕਾਫੀ ਅੱਛੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਬਈ ਅਸੀਂ ਇਹਨੂੰ ਕੰਪਲਾਇੰਸ ਦੀ ਸਾਡੀ ਹੋਰ ਬਹੁਤ ਜ਼ਿਆਦਾ ਸਟਰੋਂਗ ਰਨ ਅਤੇ ਅਸੀਂ ਕਿਧਰੇ ਕੋਈ ਗਲਤੀ ਨਾ ਕਰ ਦਈਏ।
ਤਾਂ ਕਿ ਉਹ ਸਾਨੂੰ ਅੱਗੇ ਵਾਸਤੇ ਨਾ ਪ੍ਰੋਬਲਮ ਆਏ। ਤੇ ਇਸੇ ਕੰਪਲਾਈਂਸ ਨੂੰ ਸਟਰੋਂਗ ਕਰਨ ਵਾਸਤੇ ਉਹਨਾਂ ਨੇ ਪਿੱਛੇ ਇੱਕ ਮੀਟਿੰਗ ਕੀਤੀ ਸੀ ਕਿ 22 ਤਰੀਕ ਨੂੰ ਪਬਲਿਕ ਸੈਕਟਰ ਬੈਂਕ ਨੂੰ ਮਿਲੇ ਸੀ ਤੇ 29 ਤਰੀਕ ਨੂੰ ਉਹ ਪ੍ਰਾਈਵੇਟ ਸੈਕਟਰ ਬੈਂਕ ਨੂੰ RBI ਮਿਲ ਰਹੇ ਨੇ, ਉਹ RBI ਦੀ ਪੂਰੀ ਟੀਮ ਮਿਲ ਰਹੀ ਹੈ। ਤੇ ਉਹਨਾਂ ਦਾ ਸਿਰਫ ਇਹੀ ਹੈ ਕਿ ਇਸ ਟਾਈਮ ਜਿਹੜਾ ਨਾ ਇਸ ਜਿਹੜੀ ਗਰੋਥ ਹੈ ਉਹਦੀ ਸਸਟੇਨੇਬਿਲਿਟੀ ਵਾਸਤੇ ਉਹਨੂੰ ਅਸੀਂ ਕੰਟਰੋਲ ਕਰਕੇ ਚੱਲੀਏ ਤੇ ਸਾਰੇ ਜਿੰਨੇ ਵੀ ਸਾਡੇ ਕੰਟਰੋਲ ਨੇ ਉਹਨਾਂ ਨੂੰ ਅਸੀਂ ਪੂਰਾ ਠੀਕ ਕਰ ਲਈਏ। ਜਿੰਨੇ ਵੀ ਛੋਟੀ ਮੋਟੀ ਕੋਈ ਐਸੀ ਕਿਤੇ ਨਾ ਕੋਈ ਗਲਤੀ ਨਹੀਂ ਜਿਹਨਾਂ ਨੂੰ ਕਰਨ ਲੋਡ ਹੈ ਠੀਕ ਕਰਨ ਦੀ, ਉਹ ਹੁਣੇ ਕਰ ਲਈ ਅਸੀਂ ਤਾਂ ਕਿ ਅੱਗੇ ਸਾਨੂੰ ਪਰੇਸ਼ਾਨੀ ਨਾ ਆਏ। ਇਨਫਲੇਸ਼ਨ ਵੀ ਲਗਾਤਾਰ ਵੱਧ ਰਹੀ ਹੈ, ਮਹਿੰਗਾਈ ਤੋਂ ਲੋਕ ਤੰਗ ਆਏ ਹੋਏ ਨੇ। ਤੁਸੀਂ ਮਹਿਸੂਸ ਕਰਦੇ ਹੋ ਕਿ RBI ਨੂੰ ਇੰਟਰਸਟ ਰੇਟ ਘੱਟ ਕਰਨਾ ਚਾਹੀਦਾ? ਦੇਖिए ਤੁਸੀਂ ਕਹਿ ਰਹੇ ਹੋ ਹੈ, ਲੇਕਿਨ ਜਿਹੜੀ ਇਨਫਲੇਸ਼ਨ ਹੈ ਉਹ ਇਸ ਟਾਈਮ ਕੰਟਰੋਲ ਵਿੱਚ ਹੈ, ਵਿਦਇਨ ਦਾ ਜ਼ੋਨ। ਜਿਹੜੀ ਕਿ ਅਸੀਂ ਇੱਕ RBI ਨੇ ਇੱਕ ਕਿਹਾ ਕਿ ਇਸ ਰੇਂਜ ਦੇ ਵਿੱਚ ਰਹਿਣੀ ਚਾਹੀਦੀ ਹੈ। ਸਾਡੀ ਇਨਫਲੇਸ਼ਨ ਉਸੇ ਰੇਂਜ ਦੇ ਵਿੱਚ ਹੈ। ਹੁਣ ਤੱਕ ਸਾਡੇ ਰੇਟ ਕਾਫੀ ਵੱਧੇ ਨੇ ਪਿਛਲੇ, ਅਗਰ ਤੁਸੀਂ ਸਾਲ ਡੇਢ ਸਾਲ ਦੇ ਵਿੱਚ ਦੇਖੋ ਤਾਂ ਲਗਭਗ 3% ਜਿਹੜਾ ਰੇਟ ਵੱਧ ਚੁੱਕੇ ਹੈ। ਉਹ ਹੁਣ ਟਾਈਮ ਆ ਗਿਆ ਕਿ ਇਹਨੂੰ ਉਸ ਲੈਵਲ ਤੇ ਉਸ ਤੋਂ ਬਾਅਦ ਅੱਗੇ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਇਹਨੂੰ ਘਟਣ ਦੀ ਚਾਂਸਿਸ ਜ਼ਿਆਦਾ ਲੱਗ ਰਹੇ ਨੇ, ਨਾ ਕਿ ਹੁਣ ਵਧਣ ਦੇ ਚਾਂਸਿਸ ਕੋਈ ਨਹੀਂ ਹੈਗੇ। ਦਿਸ ਇਜ਼ ਵਾਟ ਇਜ਼ ਫਾਈਨੈਂਸ਼ੀਅਲ ਟਾਰਗੇਟ ਕੀ ਰੱਖਿਆ ਗਿਆ ਇਸ ਸਾਲ? ਫਾਈਨੈਂਸ਼ੀਅਲ ਟਾਰਗੇਟ ਮਤਲਬ ਬੈਂਕਿੰਗ ਦੇ ਟਾਰਗੇਟ ਦੀ ਤੁਸੀਂ ਗੱਲ ਕਰੋਗੇ ਤੇ ਗਰੋਥ ਜਿਹੜੀ ਹੈ ਉਹ ਅਸੀਂ ਇਹ ਸੋਚਦੇ ਹਾਂ ਕਿ 12 ਤੋਂ 15% ਦੇ ਵਿੱਚ ਜਿਹੜਾ ਉਹ ਬੈਂਕਿੰਗ ਗਰੋ ਕਰਨ ਦੇ ਚਾਂਸਿਸ ਹੈਗੇ। ਅੱਛਾ, ਮਰਜਰ ਨੂੰ ਲੈ ਕੇ ਕੋਈ ਪਲਾਨ ਚੱਲ ਰਿਹਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ? ਕੋਈ ਬੈਂਕ ਮਰਜ ਹੋ ਸਕਦਾ? ਇਸ ਦਾ ਜਵਾਬ ਮੈਂ ਨਹੀਂ ਦੇ ਸਕਦਾ ਕਿਉਂਕਿ ਇਹ ਤੇ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਗਵਰਨਮੈਂਟ ਡਿਸਾਈਡ ਕਰੇਗੀ। ਬਾਕੀ ਸਾਰੇ ਬੈਂਕਾਂ ਦੀ ਜਿਹੜੀ ਪੋਜੀਸ਼ਨ ਹੈ ਇਸ ਟਾਈਮ ਕਾਫੀ ਅੱਛੀ ਹੈ। ਬਾਕੀ ਉਹ ਗਵਰਨਮੈਂਟ ਦੇ ਆਪਣੀ ਕਾਲ ਹੈ ਕਿ ਕੀ ਕਰਨਾ ਚਾਹੀਦਾ ਹੁਣ ਅੱਗੇ ਮਰਜਰ ਵਾਸਤੇ। ਕੋਈ ਬੈਂਕ ਉਸ ਵਾਸਤੇ ਕੋਈ ਜਵਾਬ ਨਹੀਂ ਦੇ ਸਕਦਾ। ਅੱਛਾ, ਇੱਕ 2000 ਦੇ ਨੋਟ ਨੂੰ ਲੈ ਕੇ ਬੜੀ ਮਾਰਕੀਟ ਦੇ ਵਿੱਚ ਚਰਚਾ ਚੱਲ ਰਹੀ ਹੈ। ਇਸ ਸਮੇਂ 2000 ਦੇ ਨੋਟਾਂ ਦਾ ਫਲੋ ਕੀ ਹੈਗਾ ਮਾਰਕੀਟ 'ਚ? ਦੇਖੋ ਜਿਵੇਂ ਤੁਸੀਂ ਪੜ੍ਹਿਆ ਕਿ ਬਈ ਹੁਣ ਸੈਪਟੰਬਰ ਔਨਵਰਡਸ ਉਹ 2000 ਦੇ ਨੋਟ ਜਿਹੜੇ ਨਾ ਉਹ ਅਸੀਂ ਬੈਂਕਾਂ ਨੇ ਤੇ ਬੰਦ ਕਰਤੇ, ਸਰਕੂਲੇਸ਼ਨ ਨਹੀਂ ਕਰ ਰਹੇ ਤੇ ਵੀ ਆਰ ਐਕਸੈਪਟਿੰਗ। ਤੇ ਹੁਣ ਇਸ ਟਾਈਮ ਸਾਡੇ ਕੋਲੋਂ ਜਿੰਨੀ ਵੀ ਹੈਗੀ ਕਰੰਸੀ ਆ ਰਹੀ ਹੈ, ਜਿਹੜੀ ਟੋਟਲ ਜਿਸ ਤਰੀਕੇ ਦੇ RBI ਨੇ ਦੱਸਿਆ ਕਿ 3,67,000 ਕਰੋੜ ਦੇ ਨੋਟ ਉਸ ਟਾਈਮ ਜਦੋਂ ਇਹਨਾਂ ਨੇ ਅਨਾਊਂਸ ਕੀਤਾ ਕਿ ਇਹਨਾਂ ਨੂੰ ਵਾਪਸ ਲੈ ਲਿਆ ਜਾਏਗਾ, ਉਸ ਟਾਈਮ ਇੰਨੇ ਅਮਾਊਂਟ ਦੇ ਨੋਟਸ ਮਾਰਕੀਟ 'ਚ ਸੀਗੇ ਤੇ ਸਲੋਲੀ ਦੇ ਆਰ ਕਮਿੰਗ ਟੂ ਦਾ ਬੈਂਕਸ ਨਾਓ। ਤੇ ਅਸੀਂ ਹੁਣ ਉਹਨਾਂ ਦੀ ਕਲੈਕਸ਼ਨ ਬਿਲਕੁਲ ਬੜੀ ਸਮੂਥਲੀ ਕਲੈਕਸ਼ਨ ਚੱਲ ਰਹੀ ਹੈ ਤੇ ਸਭ ਠੀਕ ਚੱਲ ਰਿਹਾ ਇਸ ਟਾਈਮ। ਸਟਾਰਟਿੰਗ 2 ਮੰਥ ਦੇ ਵਿੱਚ ਤੁਸੀਂ ਕੀ ਫੀਲ ਕੀਤਾ ਕਿ ਲੋਕ ਜਿਹੜਾ ਲੋਨ ਵਗੈਰਾ ਜ਼ਿਆਦਾ ਲੈਂਦੇ ਨੇ ਤਾਂ ਉਹ ਰੇਟ ਘਟਿਆ ਲੋਕਾਂ ਦਾ ਕਿ ਜਾਂ ਵੱਧ ਰਿਹਾ? ਨਹੀਂ, ਇਸ ਟਾਈਮ ਹਾਲੇ ਕੁਛ ਨਹੀਂ, ਹਾਲੇ ਤੇ ਬਿਲਕੁਲ ਸਟੈਗਨੈਂਟ ਹੈ। ਹਾਲੇ ਅਸੀਂ ਰੇਟ ਕੋਈ ਘਟਾ ਨਹੀਂ ਰਹੇ। ਜਿਹੜੇ ਅਸੀਂ ਥੋੜ੍ਹਾ ਬਹੁਤ ਆਪਸ ਵਿੱਚ ਕੰਪੀਟੀਸ਼ਨ ਦੇ ਵਿੱਚ ਅਸੀਂ ਬੈਂਕ ਆਫ ਬੜੌਦਾ ਨੇ ਹੋਮ ਲੋਨ ਦੇ ਤੇ ਕਾਰ ਲੋਨ ਦੇ ਰੇਟ ਘਟਾਏ ਨੇ, ਲੇਕਿਨ ਉਹ ਓਵਰਆਲ ਬਹੁਤ ਜ਼ਿਆਦਾ ਸਾਰੇ ਬੈਂਕ ਘਟਾਉਣਗੇ ਉਹ ਤਾਂ ਹਾਲੇ ਅਸੀਂ ਕੋਈ ਹਾਲੇ ਸਥਿਤੀ ਆਈ ਨਹੀਂ, ਕਿਉਂਕਿ ਜਦੋਂ ਤੱਕ ਰੈਪੋ ਰੇਟ ਨਹੀਂ ਘਟੇਗਾ ਤੇ ਸਾਰੀ ਪੂਰੀ ਇੰਡਸਟਰੀ ਦਾ ਰੇਟ ਇਸ ਟਾਈਮ ਘਟਣਾ ਦੇ ਹਾਲੇ ਚਾਂਸਿਸ ਨਹੀਂ ਲੱਗ ਰਹੇ। ਠੀਕ ਹੈ, ਆਖਰੀ ਸਵਾਲ ਹੈ, ਇੰਡੀਅਨ ਇਕਨੋਮੀ ਦੀ ਸਥਿਤੀ ਨੂੰ ਕਿੱਥੇ ਦੇਖ ਰਹੇ ਹੋ ਤੁਸੀਂ ਇਸ ਸਮੇਂ? ਜਿਵੇਂ ਸਭ ਨਾਲ ਪਹਿਲੇ ਮੈਂ ਜਵਾਬ ਦਿੱਤਾ ਕਿ ਇੰਡੀਅਨ ਇਕਨੋਮੀ ਅਗਰ ਤੁਸੀਂ ਪੂਰੇ ਵਰਲਡ ਵਾਈਡ ਰਿਸੈਸ਼ਨ ਚੱਲ ਰਹੇ ਨੇ ਤੇ ਬੈਂਕ ਦੋ ਕੰਟਰੀਜ਼ ਦੇ ਵਿੱਚ ਜਿਹੜੇ ਦੋ ਬੈਂਕਾਂ ਦੀ ਹਾਲਤ ਖਰਾਬ ਹੈ ਤੇ ਸਾਡੇ ਬੈਂਕ ਇਸ ਟਾਈਮ ਸਭ ਨਾਲ ਜ਼ਿਆਦਾ ਸਟਰੋਂਗ ਚੱਲ ਰਹੇ ਨੇ। ਪੂਰੇ ਪਿਛਲੇ ਕਈ ਸਾਲਾਂ ਤੋਂ ਸਭ ਨਾਲ ਜ਼ਿਆਦਾ ਗਰੋਥ ਚੱਲ ਰਹੀ ਹੈ, ਸਭ ਨਾਲ ਘੱਟ NPA ਹੈ ਤੇ ਮੇਰੇ ਖਿਆਲ ਵਿੱਚ ਸਾਡੀ ਇੰਡੀਅਨ ਇਕਨੋਮੀ ਜਿਹੜੀ ਹੈ ਨਾ ਕਾਫੀ ਸਟਰੋਂਗ ਹੈ ਇਸ ਟਾਈਮ। ਠੀਕ ਹੈ, ਧੰਨਵਾਦ ਸਰ। ਤਾਂ ਇਹ ਬੈਂਕ ਆਫ ਬੜੌਦਾ ਦੇ ਡਾਇਰੈਕਟਰ ਅਜੇ ਖੁਰਾਣਾ ਹੈਗੇ ਨੇ, ਜਿਨ੍ਹਾਂ ਦੇ ਵੱਲੋਂ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇੰਡੀਅਨ ਬੈਂਕ ਜਿਹੜੇ ਨੇ ਲਗਾਤਾਰ ਗਰੋ ਕਰ ਰਹੇ ਨੇ, NPA ਵੀ ਜਿਹੜਾ ਉਹ ਘਟ ਰਿਹਾ, ਤਾਂ ਲਗਾਤਾਰ ਜਿਹੜੇ ਨੇ ਟਾਰਗੇਟ ਅਚੀਵ ਕੀਤੇ ਜਾ ਰਹੇ ਨੇ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਜਗਬਾਣੀ TV, ਚੰਡੀਗੜ੍ਹ।